ਆਸੀਆ ਪਹਿਲਾਂ ਤਾਂ ਠੀਕ ਸੀ, ਖਾਣ ਪਾਣ ਸਭ ਕੁਝ ਅੱਛਾ ਸੀ, ਪਰ ਜਿੱਦਾਂ ਹੀ ਰੱਬ ਦੇ ਇਸ਼ਕ ਦਾ ਦੀਵਾ ਅੰਦਰ ਬਲਿਆ ਤਾਂ ਤਸੀਹੇ ਸ਼ੁਰੂ ਹੋ ਗਏ, ਤਕਲੀਫਾਂ ਸ਼ੁਰੂ ਹੋ ਗਈਆਂ। ਇਹ ਗੱਲ ਬੜੀ ਸਮਝਣ ਵਾਲੀ। ਅੱਜ ਬੰਦਾ ਕੀ ਕਹਿੰਦਾ ਹੈ? ਬੰਦਾ ਕਹਿੰਦਾ ਹੈ ਮੈਂ ਰੱਬ ਦਾ ਨਾਮ ਲਵਾਂ ਤਾਂ ਲੈ ਵੀ ਮੇਰੇ ਸਾਰੇ ਕੰਮ ਸਹੀ ਹੋ ਜਾਣ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਦੱਸਣਾ ਚਾਹੁੰਦੇ ਹਾਂ ਕਈ ਵਾਰ ਆਸ਼ਕਾਂ ਨੂੰ ਥੋੜਾ ਤਕਲੀਫਾਂ ਚੋਂ ਵੀ ਗੁਜ਼ਰਨਾ ਪੈਂਦਾ ਹੈ, ਕਿਉਂਕਿ ਉਹ ਤਕਲੀਫ 'ਚ ਹੀ ਗੁਜ਼ਰ ਕੇ, ਉਹ ਅੱਗ 'ਚ ਹੀ ਗੁਜ਼ਰ ਕੇ ਹੀ ਤਾਂ ਸੋਨਾ ਨਿਖਰਦਾ ਹੈ। ਔਰ ਜਦੋਂ ਸੋਨੇ ਅੰਦਰ ਨਿਖਾਰ ਆਉਂਦਾ ਤਾਂ ਫੇਰ ਹੀ ਗਲੇ ਦਾ ਹਾਰ ਵੀ ਉਹ ਬਣਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਹਿੰਦੇ ਆਸੀਆ ਨੂੰ ਜਦੋਂ ਤਕਲੀਫਾਂ ਦਿੱਤੀਆਂ ਜਾ ਰਹੀਆਂ ਸੀ ਤਾਂ ਉਸ ਵੇਲੇ ਇੱਕ ਦਾਸੀ ਨੇ ਕਿਹਾ ਕਿ ਐ ਬੇਗਮ, ਜਦੋਂ ਤੱਕ ਤੁਸੀਂ ਬਾਦਸ਼ਾਹ ਦੀ ਗੱਲ ਮੰਨਦੇ ਸੀ ਤਾਂ ਕਿੰਨੇ ਆਰਾਮ ਵਿੱਚ ਸੀ, ਹੁਣ ਜਦੋਂ ਤੋਂ ਤੁਸੀਂ ਆਪਣੇ ਰੱਬ ਨਾਲ ਜੁੜੇ ਹੋ, ਮੂਸਾ ਨੂੰ ਮੁਰਸ਼ਦ ਮੰਨਿਆ ਹੈ, ਦੇਖੋ ਤੁਹਾਡੀ ਕੀ ਹਾਲਤ ਹੋ ਗਈ ਹੈ, ਦੇਖੋ ਤੁਹਾਡਾ ਹਾਲ ਕੀ ਹੈ। ਤਾਂ ਉਸ ਵੇਲੇ ਆਸੀਆ ਨੇ ਬੜੀ ਪਿਆਰੀ ਗੱਲ ਕਹੀ। ਕੀ ਗੱਲ ਕਹੀ? ਉਹ ਕਹਿੰਦੀ ਜਦੋਂ ਨਾ ਬਰਤਨ ਲੈਣ ਜਾਂਦੇ ਹਾਂ, ਇੱਕ ਛੋਟਾ ਜਿਹਾ ਪਿਆਲਾ ਵੀ ਲੈਣਾ ਹੋਵੇ, ਘੜਾ ਵੀ ਲੈਣਾ ਹੋਵੇ, ਤਾਂ ਉਹਨੂੰ ਪਹਿਲਾਂ ਠੋਕ ਵਜਾ ਕੇ ਦੇਖਿਆ ਜਾਂਦਾ ਕੱਚਾ ਹੈ ਜਾਂ ਪੱਕਾ ਹੈ। ਜੇ ਠੋਕਰਾਂ ਲੱਗਣ ਨਾਲ ਟੁੱਟ ਜਾਵੇ, ਕੱਚਾ ਹੈ, ਉਹ ਫਿਰ ਨਾ ਉਹਦੇ ਕੰਮ ਦਾ, ਘੁਮਾਰ ਦੇ ਕੰਮ ਦਾ, ਤਾਂ ਨਾ ਮਾਲਿਕ ਦੇ ਕੰਮ ਦਾ ਹੈ। ਤਾਂ ਜਿਹੜਾ ਠੋਕਰਾਂ ਖਾ ਕੇ ਵੀ ਨਹੀਂ ਟੁੱਟਦਾ, ਪੱਕਾ ਹੁੰਦਾ ਹੈ, ਉਹ ਘੁਮਾਰ ਨੂੰ ਵੀ ਲਾਭ ਦਿੰਦਾ ਹੈ, ਤਾਂ ਖਰੀਦਣ ਵਾਲੇ ਮਾਲਿਕ ਨੂੰ ਵੀ ਲਾਭ ਦਿੰਦਾ ਹੈ। ਦਿੰਦਾ ਹੈ ਕਿ ਨਹੀਂ? ਹੁਣ ਫਰਜ਼ ਕਰੋ ਖੜਕਾਉਂਦੇ ਖੜਕਾਉਂਦੇ ਟੁੱਟ ਗਿਆ, ਤਾਂ ਹੁਣ ਖਰੀਦਣ ਵਾਲੇ ਨੇ ਖਰੀਦਿਆ ਨਹੀਂ ਤਾਂ ਘੁਮਾਰ ਦਾ ਵੀ ਨੁਕਸਾਨ ਹੋ ਗਿਆ। ਨਾ ਘੁਮਾਰ ਦੇ ਕੰਮ ਆਇਆ, ਨਾ ਖਰੀਦਣ ਵਾਲੇ ਦੇ ਕੰਮ ਆਇਆ, ਦੋਨਾਂ ਪਾਸੇ ਲਾਸ। ਤਾਂ ਜਿਹੜਾ ਸੱਟਾਂ ਸਹਿ ਗਿਆ ਉਹ ਘੁਮਾਰ ਨੂੰ ਵੀ ਫਾਇਦਾ ਦੇ ਜਾਂਦਾ ਹੈ, ਤਾਂ ਜਿਹੜਾ ਖਰੀਦ ਕੇ ਲੈ ਜਾਂਦਾ ਹੈ ਉਹਨੂੰ ਵੀ ਫਾਇਦਾ ਦੇ ਜਾਂਦਾ, ਕਿਉਂਕਿ ਘੁਮਾਰ ਨੂੰ ਕੀ ਫਾਇਦਾ ਹੋ ਗਿਆ? ਉਹਨੂੰ ਉਹਦੀ ਕੀਮਤ ਮਿਲ ਗਈ। ਤਾਂ ਖਰੀਦਣ ਵਾਲੇ ਨੂੰ ਫਾਇਦਾ ਹੋ ਗਿਆ, ਹੁਣ ਉਹ ਉਸ ਘੜੇ ਦਾ ਲਾਭ ਲੈਂਦਾ ਹੈ, ਉਹ 'ਚ ਪਾਣੀ ਪਾਉਂਦਾ ਹੈ ਜਾਂ ਜੋ ਜ਼ਰੂਰਤ ਦੀ ਚੀਜ਼ ਹੈ ਪਾਉਂਦਾ ਹੈ, ਔਰ ਉਹਦਾ ਲਾਭ ਲੈਂਦਾ ਹੈ। ਇਸ ਲਈ ਆਸੀਆ ਨੇ ਕੀ ਕਿਹਾ ਕਿ ਜਦੋਂ ਇਨਸਾਨ ਘੜਾ ਲੈਂਦਾ ਨਾ, ਕੋਈ ਬਰਤਨ ਲੈਂਦਾ, ਉਹਨੂੰ ਠੋਕ ਕੇ ਦੇਖਦਾ ਹੈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਬਰਤਨ ਮਿੱਟੀ ਦੇ ਹੁੰਦੇ ਸੀ। ਅੱਜ ਕੱਲ੍ਹ ਤਾਂ ਠੋਕਣ ਵਜਾਉਣ ਦੀ ਲੋੜ ਹੀ ਨਹੀਂ, ਕਿਉਂਕਿ ਬੰਦੇ ਨੂੰ ਪਤਾ ਸਟੀਲ ਦੇ ਬਰਤਨ ਹੈ, ਪਿੱਤਲ ਦੇ ਬਰਤਨ ਹੈ, ਤਾਂਬੇ ਦੇ ਬਰਤਨ ਹੈ ਜਾਂ ਚੀਨੀ ਦੇ ਬਰਤਨ ਹੈ। ਬੰਦਾ ਦੇਖਦਾ ਹੈ ਕਿਤੇ ਦਰਾਰ ਤਾਂ ਨਹੀਂ ਆਈ, ਬਸ ਲੈ ਜਾਓ। ਪਰ ਜਦੋਂ ਬਰਤਨ ਮਿੱਟੀ ਦੇ ਹੁੰਦੇ ਸੀ ਤਾਂ ਉਦੋਂ ਠੋਕ ਵਜਾ ਕੇ ਦੇਖਿਆ ਜਾਂਦਾ ਸੀ ਕਿ ਬਰਤਨ ਕੱਚਾ ਹੈ ਜਾਂ ਪੱਕਾ। ਉਸ ਵੇਲੇ ਆਸੀਆ ਨੇ ਕਿਹਾ ਕਿ ਜਦੋਂ ਬਰਤਨ ਖਰੀਦੇ ਜਾਂਦੇ ਆ ਨਾ, ਤਾਂ ਪਹਿਲਾਂ ਠੋਕ ਵਜਾ ਕੇ ਦੇਖਿਆ ਜਾਂਦਾ ਕਿ ਬਰਤਨ ਕੱਚਾ ਹੈ ਜਾਂ ਪੱਕਾ, ਕਿਉਂਕਿ ਕੱਚਾ ਹੋਵੇ ਤਾਂ ਨਾ ਘੁਮਾਰ ਦੇ ਕੰਮ ਦਾ, ਨਾ ਖਰੀਦਣ ਵਾਲੇ ਮਾਲਿਕ ਦੇ ਕੰਮ ਦਾ। ਪਰ ਜੇ ਪੱਕਾ ਹੋਵੇ, ਘੁਮਾਰ ਨੂੰ ਵੀ ਲਾਭ ਦਿੰਦਾ ਹੈ ਤਾਂ ਮਾਲਿਕ ਨੂੰ ਵੀ ਲਾਭ ਦਿੰਦਾ ਹੈ। ਇਸੇ ਤਰ੍ਹਾਂ ਉਹਨੇ ਦਾਸੀ ਨੂੰ ਕਿਹਾ, ਇਸੇ ਤਰ੍ਹਾਂ ਸ਼ਾਇਦ ਮੇਰਾ ਰੱਬ ਵੀ ਮੈਨੂੰ ਠੋਕ ਵਜਾ ਕੇ ਦੇਖ ਰਿਹਾ ਹੈ ਕਿ ਆਸੀਆ ਪੱਕੀ ਹੈ ਜਾਂ ਕੱਚੀ। ਜੇ ਮੈਂ ਕੱਚੀ ਨਿਕਲੀ ਤਾਂ ਨਾ ਦੁਨੀਆ ਦੇ ਕੰਮ ਦੀ, ਨਾ ਆਪਣੇ ਰੱਬ ਦੇ ਕੰਮ ਦੀ। ਪਰ ਜੇ ਮੈਂ ਪੱਕੀ ਨਿਕਲੀ ਤਾਂ ਦੁਨੀਆ ਵੀ ਮੈਨੂੰ ਯਾਦ ਕਰੇਗੀ ਤਾਂ ਮੇਰਾ ਰੱਬ ਵੀ ਮੈਨੂੰ ਯਾਦ ਕਰੇਗਾ। ਜਰਾ ਗੌਰ ਕਰੋ, ਕਿਉਂਕਿ ਪੱਕਿਆਂ ਨੂੰ ਹੀ ਦੁਨੀਆ ਯਾਦ ਕਰਦੀ ਹੈ, ਔਰ ਪੱਕੇ ਹੀ ਦੁਨੀਆ ਨੂੰ ਲਾਭ ਦਿੰਦੇ ਹੈ। ਲਾਭ ਦਿੰਦੇ ਹੈ ਕਿ ਨਹੀਂ? ਹੁਣ ਜੇ ਆਪਾਂ ਗੁਰੂਆਂ ਰਹਿਬਰਾਂ ਦੀ ਗੱਲ ਕਰੀਏ, ਪੱਕੇ ਸੀ ਪ੍ਰਮਾਤਮਾ ਦੇ ਮਾਰਗ ਤੇ, ਇਸ਼ਕ ਦੇ ਪੱਕੇ ਸੀ, ਤਾਂ ਦੁਨੀਆ ਕਿੰਨੀ ਲਾਭ ਲੈ ਰਹੀ ਹੈ? ਲੈ ਰਹੀ ਹੈ ਕਿ ਨਹੀਂ? ਉਹਨਾਂ ਦੀ ਬਾਣੀ ਤੋਂ ਜਾਂ ਸੰਤਾਂ ਫਕੀਰਾਂ ਦੇ ਕਲਾਮਾਂ ਤੋਂ ਦੁਨੀਆ ਲਾਭ ਲੈ ਰਹੀ, ਕਿਉਂਕਿ ਉਹ ਇਸ਼ਕ ਦੇ ਪੱਕੇ ਸੀ, ਉਹਨਾਂ ਦੇ ਪੱਕਾ ਰੰਗ ਚੜਿਆ ਸੀ। ਤਾਂ ਅੱਜ ਉਹ ਦੁਨੀਆ ਨੂੰ ਵੀ ਫਾਇਦਾ ਦੇ ਰਹੇ ਹੈ, ਤਾਂ ਰੱਬ ਦੇ ਘਰ 'ਚ ਵੀ ਉਹ ਪ੍ਰਮਾਤਮਾ ਨੂੰ ਵੀ ਕੀ ਕਹਿੰਦੇ ਹੈ? ਜਰਾ ਧਿਆਨ ਦੇਣਾ। ਰੱਬ ਵੀ ਕਹਿੰਦਾ ਹੈ ਕਿ ਜੇ ਮੈਂ ਆਪਣੇ ਪਿਆਰਿਆਂ ਨੂੰ ਭੇਜਿਆ ਸੀ, ਇਹਨਾਂ ਨੇ ਉਹ ਕਰਮ ਕੀਤਾ ਕਿ ਆਪ ਤਰੇ ਲੋਕਾਂ ਨਿਸਤਾਰੇ, ਕਿ ਆਪ ਤਾਂ ਤਰੀ ਹੈ, ਲੋਕਾਂ ਨੂੰ ਵੀ ਤਾਰ ਕੇ। ਰੱਬ ਵੀ ਖੁਸ਼, ਪ੍ਰਮਾਤਮਾ ਵੀ ਖੁਸ਼। ਇਸ ਲਈ ਜ਼ਿੰਦਗੀ ਐਸੀ ਹੋਣੀ ਚਾਹੀਦੀ ਹੈ ਕਿ ਅਸੀਂ ਕਹਿ ਸਕੀਏ ਕਿ ਮੇਰਾ ਜਨਮ ਵੀ, ਮੇਰਾ ਜੀਣਾ ਵੀ ਸਫਲ ਹੈ, ਤਾਂ ਮੇਰਾ ਮਰਨਾ ਵੀ ਸਫਲ ਹੈ, ਕਿਉਂਕਿ ਮੈਂ ਇਸ਼ਕ ਦਾ ਪੱਕਾ ਹਾਂ, ਆਪਣੇ ਪ੍ਰਮਾਤਮਾ ਨਾਲ, ਪ੍ਰਭੂ ਨਾਲ ਇਸ਼ਕ ਕਰਨ ਵਾਲਾ ਹਾਂ। ਤਾਂ ਜੇ ਮਾੜੀਆਂ ਮੋਟੀਆਂ ਤਕਲੀਫਾਂ, ਦੁੱਖ ਦੇਖ ਕੇ ਸਾਡਾ ਇਸ਼ਕ ਦਾ ਰੰਗ ਹੀ ਉਤਰ ਜਾਵੇ, ਤਾਂ ਫਿਰ ਨਾ ਦੁਨੀਆ ਜੋਗੇ ਨਾ ਰੱਬ ਜੋਗੇ। ਹੁਣ ਜਦੋਂ ਇੰਨੀ ਗੱਲ ਕਹੀ, ਦਾਸੀ ਚੁੱਪ ਹੋ ਗਈ। ਪਰ ਇੱਧਰ ਫਿਰੌਨ ਦਾ ਜ਼ੁਲਮ ਅੱਗੇ ਵੱਧਦਾ ਗਿਆ। ਹੁਣ ਦੇਖਿਆ ਕਿ ਦਾਸੀਆਂ ਦੇ ਚਪੇੜਾਂ ਮਾਰਨ ਨਾਲ, ਬਾਲਾਂ ਤੋਂ ਫੜ ਕੇ ਘੜੀਸਣ ਨਾਲ, ਰੋਟੀ ਨਹੀਂ ਦਿੰਦੇ, ਪਾਣੀ ਨਹੀਂ ਦਿੰਦੇ, ਫਿਰ ਵੀ ਇਹ ਨਹੀਂ ਮੰਨਦੀ। ਤਾਂ ਹੁਣ ਫਿਰੌਨ ਨੇ ਕੀ ਕਿਹਾ ਦਾਸੀਆਂ ਨੂੰ ਕਿ ਛੁਰੀਆਂ ਲੈ ਕੇ ਇਹਦੇ ਸਰੀਰ ਤੇ ਜ਼ਖਮ ਕਰਕੇ ਲੂਣ ਭਰੋ ਇਹਦੇ 'ਚ। ਕਿੰਨੇ ਤਸੀਹੇ ਦਿੱਤੇ ਗਏ ਜਰਾ ਦੇਖਣਾ। ਫਿਰ ਕੀ ਕੀਤਾ ਦਾਸੀਆਂ ਨੇ? ਆਸੀਆ ਦੇ ਸਰੀਰ ਤੇ ਚੀਰੇ, ਕਿਉਂਕਿ ਉਹਨਾਂ ਨੂੰ ਤਾਂ ਜੋ ਬਾਦਸ਼ਾਹ ਦਾ ਹੁਕਮ ਸੀ ਉਹਨਾਂ ਨੇ ਕਰਨਾ ਹੀ ਸੀ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਜਿਹੜਾ ਜ਼ਾਲਿਮ ਬਾਦਸ਼ਾਹ ਆਪਣੀ ਪਤਨੀ ਦਾ ਇਹ ਹਾਲ ਕਰ ਸਕਦਾ ਹੈ, ਤੇ ਜੇ ਅਸੀਂ ਉਹਦੀ ਗੱਲ ਨਾ ਮੰਨਾਂਗੇ ਤਾਂ ਸਾਡਾ ਕੀ ਕਰੇਗਾ? ਕਿਉਂਕਿ ਜਿਹੜਾ ਆਪਣੀ ਪਤਨੀ, ਆਪਣੀ ਬੇਗਮ ਦਾ ਇਹ ਹਾਲ ਕਰ ਸਕਦਾ ਹੈ, ਉਹਨੂੰ ਭੁੱਖਾ ਪਿਆਸਾ ਰੱਖ ਸਕਦਾ, ਸਾਡੇ ਕੋਲੋਂ ਚਪੇੜਾ ਮਰਾ ਸਕਦਾ ਹੈ,
ਤੇ ਜੇ ਅਸੀਂ ਉਹ ਬਾਦਸ਼ਾਹ ਦਾ ਹੁਕਮ ਨਾ ਮੰਨਿਆ ਤਾਂ ਸਾਡੀ ਤਾਂ ਗਰਦਨ ਹੀ ਇੱਕ ਮਿੰਟ 'ਚ ਇਸ਼ਾਰਾ ਕਰਨਾ, ਲਾ ਦਿਓ ਗਰਦਨ। ਇਸ ਲਈ ਆਪਣੀ ਜਾਨ ਬਚਾਉਣ ਦੀ ਖਾਤਰ ਉਹ ਦਾਸੀਆਂ ਜੋ ਹੁਕਮ ਬਾਦਸ਼ਾਹ ਕਰਦਾ ਹੈ ਫਿਰੌਨ, ਕਹਿੰਦੇ ਚੀਰੇ ਦੇ ਕੇ ਉਹਦੀ ਬਾਡੀ ਤੇ ਸਰੀਰ ਦੇ ਵਿੱਚ ਨਮਕ ਭਰਦੇ ਹੈ ਔਰ ਫਿਰ ਕਹਿੰਦੇ ਹੈ ਹਾਲੇ ਵੀ ਮੰਨ ਲੈ ਫਿਰੌਨ ਦੀ ਗੱਲ, ਹਾਲੇ ਵੀ ਮੰਨ ਲੈ ਬਾਦਸ਼ਾਹ ਦੀ ਗੱਲ। ਤਾਂ ਉਸ ਵੇਲੇ ਆਸੀਆ ਫਿਰ ਇੱਕੋ ਹੀ ਗੱਲ ਕਹਿੰਦੀ ਹੈ, ਹੁਣ ਜੋ ਮੈਨੂੰ ਸੱਚਾਈ ਨਜ਼ਰ ਆ ਚੁੱਕੀ ਹੈ, ਆਪਣੀਆਂ ਤਕਲੀਫਾਂ ਕਰਕੇ ਮੈਂ ਸੱਚਾਈ ਤੋਂ ਅੱਖ ਬੰਦ ਨਹੀਂ ਕਰ ਸਕਦੀ। ਕਿਉਂਕਿ ਜ਼ਰਾ ਸੋਚੋ, ਜੋ ਪਤਾ ਲੱਗ ਚੁੱਕਾ ਹੈ ਕਿ ਆਹ ਖਰਾ ਸੋਨਾ ਹੈ ਤਾਂ ਆਹ ਮਿੱਟੀ ਹੈ, ਤਾਂ ਹੁਣ ਇਨਸਾਨ ਦਰਦਾਂ ਤੋਂ ਡਰ ਕੇ ਮਿੱਟੀ ਨੂੰ ਸੋਨਾ ਮੰਨ ਲਵੇ ਤਾਂ ਫਿਰ ਤਾਂ ਉਹਦੀ ਨਾ ਸਮਝੀ ਹੈ। ਕਿਉਂਕਿ ਜੇ ਨਾ ਜਾਣ ਲਿਆ ਖਰਾ ਕੀ ਤਾਂ ਖੋਟਾ ਕੀ, ਫਿਰ ਉਹ ਖਰੇ ਨੂੰ ਛੱਡ ਕੇ ਖੋਟੇ ਪਿੱਛੇ ਨਹੀਂ ਜਾਂਦਾ। ਇਸ ਲਈ ਕਹਾਣੀ ਤਾਂ ਬਹੁਤ ਲੰਬੀ ਹੈ, ਪਰ ਇੱਥੇ ਛੋਟੇ ਸ਼ਬਦਾਂ 'ਚ ਹੀ ਦੱਸਾਂਗੇ ਕਿ ਜਿਸ ਵੇਲੇ ਇੰਨੀਆਂ ਤਕਲੀਫਾਂ ਦੇਣ ਤੋਂ ਬਾਅਦ ਵੀ ਦੇਖਿਆ ਕਿ ਆਸੀਆ ਟਸ ਤੋਂ ਮਸ ਨਹੀਂ ਹੋ ਰਹੀ, ਤਾਂ ਫਿਰ ਫਿਰੌਨ ਨੇ ਕਿਹਾ ਕਿ ਇਹਨੂੰ ਇਦਾਂ ਸਜ਼ਾ ਦੇਣੀ ਚਾਹੀਦੀ ਕਿ ਪੂਰਾ ਨਗਰ ਦੇਖੇ ਕਿ ਬਾਦਸ਼ਾਹ ਜੇ ਆਪਣੀ ਪਤਨੀ ਨਾਲ ਇਦਾਂ ਕਰ ਸਕਦਾ ਹੈ ਤਾਂ ਜੇ ਅਸੀਂ ਬਾਦਸ਼ਾਹ ਦਾ ਹੁਕਮ ਨਾ ਮੰਨਾਂਗੇ ਸਾਡੇ ਨਾਲ ਕੀ ਹੋਏਗਾ। ਇਸ ਲਈ ਕਹਿੰਦੇ ਬਾਦਸ਼ਾਹ ਨੇ ਵਿੱਚ ਚੁਰਾਹੇ, ਨਗਰ ਦੇ ਚੁਰਾਹੇ ਵਿੱਚ ਇੱਕ ਦੀਵਾਰ ਬਣਾਈ ਔਰ ਉਸ ਦੀਵਾਰ ਦੇ ਨਾਲ ਆਸੀਆ ਨੂੰ ਇਦਾਂ ਕੀਤਾ ਕਿ ਉਹਦੇ ਹੱਥਾਂ ਪੈਰਾਂ 'ਚ ਕਿਲ ਠੋਕ ਦਿੱਤੇ। ਦੀਵਾਰ ਨਾਲ ਬੰਨ ਕੇ ਹੱਥਾਂ ਪੈਰਾਂ 'ਚ ਕਿਲ ਠੋਕ ਦਿੱਤੇ ਔਰ ਇਹ ਐਲਾਨ ਕੀਤਾ ਕਿ ਦੇਖੋ, ਜੋ ਮੂਸਾ ਨੂੰ ਮੰਨੇਗਾ, ਜੋ ਉਸ ਖੁਦਾ ਨੂੰ ਮੰਨੇਗਾ, ਉਹਦਾ ਇਹ ਹਾਲ ਹੋਏਗਾ ਕਿ ਜੇ ਮੈਂ ਆਪਣੀ ਬੇਗਮ ਨਾਲ ਇਦਾਂ ਕਰ ਸਕਦਾ ਤਾਂ ਸੋਚੋ ਤੁਹਾਡਾ ਕੀ ਹਾਲ ਹੋਏਗਾ। ਲੋਕਾਂ ਨੂੰ ਡਰਾਉਣ ਵਾਸਤੇ ਉਸਨੇ ਕਹਿੰਦੇ ਬੀਬੀ ਆਸੀਆ ਨੂੰ, ਆਪਣੀ ਬੇਗਮ ਨੂੰ, ਆਪਣੀ ਪਤਨੀ ਨੂੰ ਇਸ ਤਰ੍ਹਾਂ ਚੁਰਾਹੇ ਦੇ ਗੱਬੇ ਦੀਵਾਰ ਬਣਾ ਕੇ ਉਹਦੇ ਵਿੱਚ ਹੱਥਾਂ ਪੈਰਾਂ 'ਚ ਉਹਦੇ ਕਿਲ ਠੁਕਾਏ ਔਰ ਦੁਨੀਆ ਨੂੰ ਦੱਸਣ ਵਾਸਤੇ ਇੱਥੇ ਤੜਫ ਤੜਫ ਕੇ ਮਰੇਗੀ। ਹੁਣ ਕਹਿੰਦੇ ਦੁਨੀਆ ਦੇਖ ਰਹੀ ਹੈ, ਪਰ ਸਮਾਂ ਗੁਜ਼ਰਿਆ ਜਦੋਂ ਇੰਨੀਆਂ ਤਕਲੀਫਾਂ ਵਿੱਚ ਵੀ ਉਹ ਆਸੀਆ ਨੇ ਆਪਣੇ ਰੱਬ ਨੂੰ ਸ਼ਿਕਾਇਤ ਨਹੀਂ ਕੀਤੀ ਕਿ ਰੱਬਾ ਮੈਂ ਤਾਂ ਤੇਰਾ ਨਾਮ ਲਿਆ ਸੀ, ਮੈਂ ਤਾਂ ਤੇਤੇ ਯਕੀਨ ਕੀਤਾ ਸੀ, ਮੈਨੂੰ ਇਹ ਕੀ ਤਕਲੀਫ ਦੇ ਰਿਹਾ, ਮੇਰੇ ਨਾਲ ਇਦਾਂ ਕਿਉਂ ਕਰ ਰਿਹਾ। ਕਿਉਂਕਿ ਆਸ਼ਿਕ ਕਦੀ ਵੀ ਸ਼ਿਕਾਇਤ ਨਹੀਂ ਕਰਦੇ, ਉਹ ਤਾਂ ਹਰ ਹਾਲਤ ਵਿੱਚ ਆਪਣੇ ਮਾਲਿਕ ਦਾ ਸ਼ੁਕਰ ਕਰਦੇ। ਹੁਣ ਕਹਿੰਦੇ ਹੈ ਕਿ ਅੱਧੀ ਰਾਤ ਹੋਈ, ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ, ਤਾਂ ਅੱਧੀ ਰਾਤ ਦੇ ਸਮੇਂ ਹਜ਼ਰਤ ਮੂਸਾ ਆਸੀਆ ਦੇ ਕੋਲ ਆਏ, ਉਸ ਦੀਵਾਰ ਦੇ ਕੋਲ ਜਿੱਥੇ ਉਹਨੂੰ ਕਿੱਲਾਂ ਠੋਕ ਕੇ ਖੜਾ ਕੀਤਾ ਗਿਆ, ਹੱਥਾਂ ਪੈਰਾਂ 'ਚ ਲਹੂ ਵਗ ਰਿਹਾ ਹੈ। ਅੱਧੀ ਰਾਤ ਨੂੰ ਜਦੋਂ ਹਜ਼ਰਤ ਮੂਸਾ ਪਹੁੰਚੇ ਆਸੀਆ ਦੇ ਕੋਲ, ਤਾਂ ਉਸ ਵੇਲੇ ਹਜ਼ਰਤ ਮੂਸਾ ਨੇ ਆਂਦਿਆਂ ਕਿਹਾ, ਆਸੀਆ ਕਿੱਦਾਂ, ਤੂੰ ਠੀਕ ਆ, ਤੂੰ ਠੀਕ ਆ। ਜਦੋਂ ਇੰਨੀ ਗੱਲ ਕਹੀ, ਆਸੀਆ ਕਿੱਦਾਂ, ਤੂੰ ਠੀਕ ਹੈ, ਤਾਂ ਆਸੀਆ ਨੇ ਜਦੋਂ ਹਜ਼ਰਤ ਮੂਸਾ ਨੂੰ ਦੇਖਿਆ, ਇੱਕੋ ਹੀ ਗੱਲ ਆਸੀਆ ਨੇ ਕਹੀ, ਕਹਿੰਦੀ ਹਜ਼ਰਤ ਇਹ ਨਾ ਪੁੱਛੋ ਮੈਂ ਠੀਕ ਹਾਂ, ਬਸ ਮੈਨੂੰ ਇੱਕ ਗੱਲ ਦੱਸ ਦਿਓ, ਉਹ ਮੇਰਾ ਰੱਬ ਮੇਰੇ ਤੋਂ ਰਾਜੀ ਹੈ ਕਿ ਨਹੀਂ, ਉਹ ਮੇਰਾ ਰੱਬ ਮੇਰੇ ਤੋਂ ਰਾਜੀ ਹੋਇਆ ਜਾਂ ਨਹੀਂ। ਕਿਉਂਕਿ ਇੰਨੀਆਂ ਤਕਲੀਫਾਂ ਝੱਲ ਕੇ ਵੀ ਜੇ ਹਾਲੇ ਮੇਰਾ ਯਾਰ ਹੀ ਮੇਰੇ ਤੋਂ ਰਾਜੀ ਨਹੀਂ, ਤਾਂ ਫਿਰ ਮੇਰਾ ਜੀਣਾ ਕਿਸ ਕੰਮ ਦਾ। ਹੁਣ ਜ਼ਰਾ ਗੌਰ ਕਰਨਾ, ਮੂਸਾ ਨੇ ਪੁੱਛਿਆ ਸੀ ਕਿ ਆਸੀਆ ਕਿੱਦਾਂ, ਤੂੰ ਠੀਕ ਹੈ, ਕੀ ਹਾਲ ਹੈ ਤੇਰਾ, ਤਾਂ ਉਹਨਾਂ ਕਿਹਾ ਮੇਰਾ ਹਾਲ ਛੱਡੋ, ਮੈਨੂੰ ਇਹ ਦੱਸੋ ਕਿ ਮੇਰਾ ਰੱਬ ਮੇਰੇ ਤੋਂ ਰਾਜੀ ਹੋਇਆ ਜਾਂ ਨਹੀਂ। ਕਿਉਂਕਿ ਆਸ਼ਿਕ ਇਹ ਨਹੀਂ ਦੇਖਦੇ ਕਿ ਮੈਨੂੰ ਕੀ ਤਕਲੀਫ ਮਿਲ ਰਹੀ ਹੈ, ਮੈਨੂੰ ਕੀ ਪੀੜਾ ਮਿਲ ਰਹੀ ਹੈ, ਉਹ ਇਹ ਦੇਖਦੇ ਕਿ ਮੇਰਾ ਰੱਬ ਖੁਸ਼ ਹੈ ਕਿ ਨਹੀਂ। ਅੱਜ ਬੰਦਾ ਕੀ ਕਹਿੰਦਾ ਹੈ, ਉਹ ਰੱਬ ਨੂੰ ਛੱਡੋ, ਮੈਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਜੇ ਨਸ਼ੇ ਕਰਕੇ, ਸ਼ਰਾਬਾਂ ਪੀ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ ਮੈਨੂੰ ਮਿਲਦੀ ਤਾਂ ਕਰਨ ਦਿਓ ਮੈਨੂੰ, ਰੱਬ ਤੋਂ ਮੈਂ ਕੀ ਲੈਣਾ। ਪਰ ਜਿਹੜੇ ਰੱਬ ਦੇ ਆਸ਼ਿਕ ਹੈ, ਉਹ ਰੱਬ ਦੇ ਆਸ਼ਿਕ ਕਹਿੰਦੇ ਹੈ ਮੈਂ ਹਰ ਤਕਲੀਫ ਝੱਲਣ ਨੂੰ ਤਿਆਰ ਹਾਂ, ਬਸ ਮੇਰਾ ਰੱਬ ਮੇਰੇ ਤੋਂ ਰਾਜੀ ਹੋਣਾ ਚਾਹੀਦਾ ਹੈ। ਉਹ ਤਾਂ ਆਪਣੇ ਰੱਬ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹੈ, ਉਹ ਤਾਂ ਆਪਣੇ ਪ੍ਰਭੂ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹੈ। ਇਸ ਲਈ ਜਦੋਂ ਆਸੀਆ ਨੇ ਪੁੱਛਿਆ ਕਿ ਮੇਰੀ ਛੱਡੋ, ਤੁਸੀਂ ਮੈਨੂੰ ਪਹਿਲਾਂ ਇਹ ਦੱਸ ਦਿਓ ਕਿ ਮੇਰਾ ਰੱਬ ਮੇਰੇ ਤੋਂ ਖੁਸ਼ ਹੋਇਆ ਕਿ ਨਹੀਂ, ਉਹ ਮੇਰੇ ਤੋਂ ਰਾਜੀ ਹੈ ਕਿ ਨਹੀਂ। ਤਾਂ ਹਜ਼ਰਤ ਮੂਸਾ ਨੇ ਕਿਹਾ, ਉਸ ਪਰਮਾਤਮਾ ਨੇ, ਉਹ ਰੱਬ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਜਾ ਕੇ ਕਹਿ ਦੇ, ਐ ਆਸੀਆ ਤੇਰਾ ਇਸ਼ਕ, ਤੇਰਾ ਇਹ ਪ੍ਰੇਮ ਮੈਨੂੰ ਕਬੂਲ ਹੈ, ਅੱਜ ਤੋਂ ਤੂੰ ਮੇਰੀ ਹੈ ਤਾਂ ਮੈਂ ਤੇਰਾ। ਕਹਿੰਦੇ ਫਿਰ ਹਜ਼ਰਤ ਮੂਸਾ ਉਹਨੂੰ ਆਪਣੇ ਨਾਲ ਲੈ ਗਏ। ਸਮਝਣਾ ਜ਼ਰਾ, ਸਾਰਿਆਂ ਨੇ ਆਪਣੇ ਨਾਲ ਹਜ਼ਰਤ ਮੂਸਾ ਉਸ ਨੂੰ ਲੈ ਗਏ ਔਰ ਫਿਰ ਪ੍ਰਮਾਤਮਾ ਨੇ ਉਹਨੂੰ ਬਲੀਅਤ ਦਾ ਦਰਜਾ ਦਿੱਤਾ। ਬਲੀਅਤ ਦਾ ਦਰਜਾ ਪਤਾ, ਵਲੀ, ਔਰ ਵਲੀ ਕਿਹਨੂੰ ਕਿਹਾ ਜਾਂਦਾ, ਜੋ ਰੱਬ ਦੇ ਦੋਸਤ ਹੁੰਦੇ ਆ। ਇਸ ਲਈ ਅਸੀਂ ਤੁਹਾਨੂੰ ਵੀ ਕਵਾਂਗੇ, ਉਹ ਕਰਮ ਕਰੋ ਕਿ ਤੁਸੀਂ ਰੱਬ ਦੇ ਦੋਸਤ ਬਣ ਸਕੋ। ਕਿਉਂਕਿ ਦੋਸਤ ਦਾ ਮਤਲਬ ਕੀ ਹੁੰਦਾ ਹੈ, ਕਦੀ ਗੌਰ ਕਰਨਾ। ਹੁਣ ਜਿਹਨੂੰ ਬੰਦਾ ਦੋਸਤ ਕਹਿੰਦਾ ਹੈ ਨਾ,
ਕਈ ਵਾਰ ਬੰਦਾ ਉਹਦੇ ਕੋਲ ਜਾ ਕੇ ਬਹਿੰਦਾ, ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਬੰਦਾ ਕਹਿੰਦਾ ਲੈ ਵੀ ਮੇਰਾ ਦਿਲ ਹਲਕਾ ਹੋ ਗਿਆ ਆਪਣੇ ਦੋਸਤ ਨਾਲ ਗੱਲ ਕਰਕੇ। ਕਿਉਂਕਿ ਕਈ ਵਾਰ ਹੁੰਦਾ ਕਿ ਬੰਦਾ ਮਾਤਾ ਪਿਤਾ ਨਾਲ ਗੱਲ ਨਹੀਂ ਕਰ ਸਕਦਾ, ਆਪਣੇ ਹੋਰ ਕਿਸੇ ਨਾਲ ਗੱਲ ਨਹੀਂ ਕਰ ਸਕਦਾ, ਪਰ ਦੋਸਤਾਂ ਨਾਲ ਬੰਦਾ ਸਾਰੀ ਗੱਲ ਕਰ ਲੈਂਦਾ। ਫਿਰ ਕਹਿੰਦਾ ਭਾਈ ਤੇਰੇ ਨਾਲ ਗੱਲ ਕਰਕੇ ਮੇਰਾ ਮਨ ਹਲਕਾ ਹੋ ਗਿਆ। ਬਸ ਇਸੇ ਤਰ੍ਹਾਂ ਸਮਝੋ, ਜਦੋਂ ਤੁਸੀਂ ਸਿਮਰਨ ਤੇ ਬਹਿੰਦੇ ਹੋ, ਧਿਆਨ ਤੇ ਬਹਿੰਦੇ ਹੋ ਨਾ, ਸਮਝ ਲਓ ਇਸ ਵੇਲੇ ਆਪਣੇ ਦੋਸਤ ਦੇ ਕੋਲ ਆ ਮੈਂ, ਪਰ ਉਹ ਦੋਸਤ ਫੇਰ ਹੀ ਬਣੇਗਾ ਜੇ ਉਹਨਾਂ ਯਾਰੀ ਲਾਵਾਂਗੇ। ਫਿਰ ਉੱਥੇ ਆ ਕੇ ਜੋ ਵੀ ਤੁਹਾਡੇ ਦਿਲ 'ਚ ਕਹਿ ਦਿਓ ਆਪਣੇ ਮਾਲਿਕ ਨੂੰ, ਤਾਂ ਫਿਰ ਤੁਹਾਨੂੰ ਵੀ ਹੋਏਗਾ ਅੱਜ ਆਪਣੇ ਯਾਰ ਨੂੰ ਮੈਂ ਸਾਰੀਆਂ ਗੱਲਾਂ ਦਿਲ ਦੀਆਂ ਦੱਸਦੀਆਂ, ਮੇਰੇ ਸਾਰੇ ਬੋਝ ਹੀ ਉਤਰ ਗਏ। ਕਿਉਂਕਿ ਜਿਹੜਾ ਸੱਚਾ ਯਾਰ ਹੁੰਦਾ ਨਾ, ਉਹ ਕਹਿੰਦਾ ਫਿਕਰ ਨਾ ਕਰ, ਜੇ ਤੂੰ ਮੁਸੀਬਤ 'ਚ ਹੈ, ਜੇ ਤੂੰ ਦੁੱਖ ਵਿੱਚ ਹੈ, ਤਾਂ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਮੈਂ ਤੇਰੇ ਨਾਲ। ਸੱਚੇ ਦੋਸਤ ਇਹੀ ਕਹਿੰਦੇ ਆ ਨਾ, ਜਿਹਨੂੰ ਸੱਚਾ ਯਾਰ ਕਹਿੰਦੇ। ਤਾਂ ਹੀ ਤਾਂ ਕਹਿੰਦੇ ਯਾਰੀ ਲਾਣੀ ਤਾਂ ਆਪਣੇ ਉਹ ਰੱਬ ਨਾਲ ਲਾਈਏ, ਆਪਣੇ ਮਾਲਿਕ ਨਾਲ ਲਾਈਏ, ਕਿਉਂਕਿ ਉਹਦੇ ਨਾਲ ਯਾਰੀ ਲਾਵਾਂਗੇ ਤਾਂ ਉਹ ਐਸਾ ਸਾਥੀ ਹੈ, ਐਸਾ ਦੋਸਤ ਹੈ ਜੋ ਹਰ ਮੁਸੀਬਤ 'ਚੋਂ ਸਾਨੂੰ ਕੱਢਣ ਦੀ ਸ਼ਕਤੀ ਰੱਖਦਾ ਹੈ। ਇਸ ਦੋਸਤ ਦੀ ਜਿੱਥੇ ਤੱਕ ਪਹੁੰਚ ਹੋਏਗੀ ਨਾ, ਉਹਨੇ ਉਹਨਾਂ ਹੀ ਕਰਨਾ ਹੈ। ਇੱਕ ਬੰਦਾ ਕਹਿੰਦਾ ਮੇਰੀ ਯਾਰੀ ਮਿਨਿਸਟਰ ਦੇ ਨਾਲ ਹੈ, ਤਾਂ ਜਿੰਨੀ ਕੁ ਉਹਦੀ ਪਹੁੰਚ ਹੋਏਗੀ ਉਹਨੂੰ ਉਹਨਾਂ ਹੀ ਕਰਨਾ ਹੈ, ਸਮਝਦੇ ਹੋ ਕਿ ਨਹੀਂ? ਤੇ ਇੱਕ ਬੰਦਾ ਕਹਿੰਦਾ ਮੇਰੀ ਯਾਰੀ ਇਹ ਦੁਨੀਆ ਨੂੰ ਬਣਾਉਣ ਵਾਲੇ ਉਹ ਮਾਲਿਕ ਦੇ ਨਾਲ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਉਸ ਵੇਲੇ ਜੇ ਮੇਰੀ ਯਾਰੀ ਉਸ ਮਾਲਿਕ ਦੇ ਨਾਲ ਹੈ, ਤਾਂ ਫਿਰ ਜਿੰਨੀ ਮੇਰੇ ਮਾਲਿਕ ਦੀ ਪਹੁੰਚ ਹੋਏਗੀ ਉੱਥੇ ਮੈਨੂੰ ਬਚਾਏਗਾ, ਕਿਉਂਕਿ ਬਚਾਉਣ ਵਾਲੇ ਦੀ ਜਿੰਨੀ ਸ਼ਕਤੀ ਹੁੰਦੀ ਉੱਥੇ ਬਚਾ ਸਕਦਾ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਮਾਲਿਕ ਨਾਲ ਜਦੋਂ ਅਸੀਂ ਯਾਰੀ ਲਾਉਂਦੇ ਹਾਂ, ਔਰ ਯਾਰੀ ਲਾਉਣ ਦੇ ਵਾਸਤੇ ਉੱਤੇ ਵਿਸ਼ਵਾਸ ਕਰਨਾ ਪੈਂਦਾ ਹੈ, ਉਹ ਕਰਮ ਕਰਨੇ ਪੈਂਦੇ ਆ ਜਿਹਦੇ ਵਿੱਚ ਉਹਦੀ ਖੁਸ਼ੀ ਸ਼ਾਮਿਲ ਹੋਵੇ। ਫਿਰ ਜਦੋਂ ਇੱਕ ਵਾਰ ਇਨਸਾਨ ਉਹਦਾ ਹੋ ਜਾਂਦਾ ਹੈ, ਤਾਂ ਫਿਰ ਇਨਸਾਨ ਦੇ ਜੀਵਨ ਦੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹੈ। ਫਿਰ ਕਹਿੰਦੇ ਆਸੀਆ ਨੂੰ ਹਜ਼ਰਤ ਮੂਸਾ ਨਾਲ ਲੈ ਗਏ, ਫਿਰ ਬੜੀ ਪਰਮਾਤਮਾ ਦੀ ਬੰਦਗੀ ਕੀਤੀ, ਬਲੀਅਤ ਦਾ ਦਰਜਾ ਉਸ ਨੂੰ ਮਿਲਿਆ। ਬਲੀਅਤ ਦਾ ਦਰਜਾ ਮਤਲਬ ਉਹ ਦਰਜਾ ਕਿ ਜੋ ਜ਼ੁਬਾਨ ਤੋਂ ਕਹਿ ਦੇਣਾ ਉਹ ਪੂਰਾ ਹੋ ਜਾਣਾ। ਤਾਂ ਇੱਕ ਦਿਨ ਕਿਸੇ ਨੇ, ਆਸੀਆ ਬੈਠੀ ਹੋਈ ਸੀ, ਇੱਕ ਦਿਨ ਕਿਸੇ ਨੇ ਪੁੱਛਿਆ ਕਿ ਆਸੀਆ ਜਦੋਂ ਫਿਰੌਨ ਦੇ ਮਹਿਲਾਂ 'ਚ ਸੀ, ਤੇਰਾ ਹੁਕਮ ਦਾਸ ਦਾਸੀਆਂ ਤੇ ਚੱਲਦਾ ਸੀ, ਹੁਣ ਤੈਨੂੰ ਫਕੀਰ ਬਣ ਕੇ ਕੀ ਮਿਲਿਆ? ਹੁਣ ਤੈਨੂੰ ਫਕੀਰ ਬਣ ਕੇ ਕੀ ਮਿਲਿਆ? ਜਦੋਂ ਇੰਨੀ ਗੱਲ ਕਹੀ ਤਾਂ ਆਸੀਆ ਨੇ ਬੈਠੀ ਬੈਠੀ ਨੇ ਆਸਮਾਨ ਦੀ ਤਰਫ ਦੇਖਿਆ, ਤਾਂ ਕੁਝ ਚਿੜੀਆਂ ਆਈਆਂ ਉੜਦੀਆਂ, ਉਹਦੇ ਆ ਕੇ ਕੰਧੇ ਤੇ ਬਹਿ ਗਈਆਂ, ਉਹਦੇ ਆ ਕੇ ਕੰਧੇ ਤੇ ਬਹਿ ਗਈਆਂ। ਫਿਰ ਉਹਨਾਂ ਆਸਮਾਨ ਨਾਲ ਨਜ਼ਰ ਮਾਰੀ, ਕੁਝ ਕਬੂਤਰ ਵੀ ਆਏ ਉੜਦੇ ਉੜਦੇ, ਉਹ ਆ ਕੇ ਉਹਦੇ ਕੋਲ ਗੋਦ 'ਚ ਬਹਿ ਗਏ। ਤਾਂ ਆਸੀਆ ਮੁਸਕਰਾਈ, ਕਹਿੰਦੀ ਜਦ ਤੱਕ ਮੈਂ ਫਿਰੌਨ ਦੀ ਪਤਨੀ ਸੀ ਉਦੋਂ ਤੱਕ ਮੇਰਾ ਹੁਕਮ ਸਿਰਫ ਉਹਦੀਆਂ ਦਾਸ ਦਾਸੀਆਂ ਤੇ ਚੱਲਦਾ ਸੀ, ਹੁਣ ਜਦੋਂ ਦੀ ਮੈਂ ਆਪਣੇ ਰੱਬ ਨਾਲ ਯਾਰੀ ਲਾਈ ਹੈ ਤਾਂ ਮੇਰਾ ਹੁਕਮ ਸਾਰੀ ਕੁਦਰਤ ਤੇ ਚੱਲਦਾ ਹੈ। ਹੁਣ ਦੇਖੋ ਪੰਛੀ ਵੀ ਮੇਰੇ ਨਾਲ ਪਿਆਰ ਕਰਦੇ ਆ, ਮੈਂ ਬੁਲਾਇਆ ਅੰਦਰੋਂ ਹੀ ਆਵਾਜ਼ ਦਿੱਤੀ, ਬੋਲਣ ਦੀ ਵੀ ਲੋੜ ਨਹੀਂ ਪਈ, ਬਸ ਅੰਦਰੋਂ ਸੋਚਿਆ ਤਾਂ ਦੇਖ ਲੈ ਚਿੜੀਆਂ ਕੋਲ ਆ ਗਈਆਂ। ਨਹੀਂ ਤਾਂ ਚਿੜੀਆਂ ਪਸ਼ੂ ਪੰਛੀ ਤਾਂ ਬੰਦੇ ਨੂੰ ਦੇਖ ਕੇ ਦੌੜ ਜਾਂਦੇ ਆ। ਇਸ ਲਈ ਅਸੀਂ ਕਹਿੰਦੇ ਆ ਕਿ ਜਿਹਦੇ ਨਾਲ ਯਾਰੀ ਲਾਵਾਂਗੇ ਨਾ, ਜਿੰਨੀ ਕੁ ਉਹਦੀ ਤਾਕਤ ਹੈ, ਸ਼ਕਤੀ ਹੈ, ਫਿਰ ਉਹ ਜਰਾ ਹੁਣ ਗੌਰ ਕਰੋ ਤੁਹਾਡੇ ਨਾਲ ਖੜ ਜਾਂਦੀ ਹੈ। ਜੇ ਬੰਦਾ ਕਹਿੰਦਾ ਨਾ ਆ ਟੀਚਰ ਮੇਰਾ ਦੋਸਤ ਹੈ, ਤਾਂ ਜਿੰਨਾ ਕੁ ਟੀਚਰ ਦਾ ਗਿਆਨ ਨੌਲੇਜ ਹੁੰਦੀ ਤੁਹਾਡੇ ਨਾਲ ਹੁੰਦੀ ਹੋ, ਤੁਸੀਂ ਜੋ ਮਰਜ਼ੀ ਤੋਂ ਸਲਾਹ ਲਓ। ਤਾਂ ਜੇ ਬੰਦਾ ਕਹਿੰਦਾ ਵਕੀਲ ਮੇਰਾ ਦੋਸਤ ਹੈ, ਤਾਂ ਜਿੰਨੀ ਕੁ ਉਹਨੂੰ ਵਕਾਲਤ ਦਾ ਗਿਆਨ ਹੈ ਉਹ ਤੁਹਾਡੇ ਨਾਲ ਖੜ ਜਾਂਦਾ ਹੈ ਕਿ ਮੇਰਾ ਦੋਸਤ ਹੈ, ਜਿੰਨੀ ਕੁ ਮੇਰੀ ਨੌਲੇਜ ਹੈ ਇਹਦੇ ਨਾਲ ਆ ਮੈਂ, ਕਿਉਂਕਿ ਹਰ ਕੋਈ ਉਨੀ ਤੁਹਾਡੀ ਹੈਲਪ ਕਰ ਸਕਦਾ ਜਿੰਨੀ ਉਹਦੀ ਪਹੁੰਚ ਹੈ। ਬੋਲੋ ਸਹੀ ਹੈ ਕਿ ਨਹੀਂ? ਇਸ ਕਰਕੇ ਤਾਂ ਹੀ ਕਿਹਾ ਜਾਂਦਾ ਹੈ ਕਿ ਡੋਰ ਲਾਣੀ ਹੈ ਤਾਂ ਆਪਣੇ ਮਾਲਿਕ ਨਾਲ ਲਾਓ, ਆਪਣੇ ਪ੍ਰਮਾਤਮਾ ਨਾਲ ਲਾਓ, ਆਪਣੇ ਪ੍ਰਭੂ ਦੇ ਨਾਲ ਲਾਓ, ਕਿਉਂਕਿ ਉਹਦੇ ਨਾਲ ਯਾਰੀ ਲਾਉਂਦੇ ਆ, ਉਹਦੇ ਨਾਲ ਆਪਣੀ ਸੁਰਤੀ ਜੋੜਦੇ ਆ, ਤਾਂ ਉਧਰੋਂ ਉਹ ਰਹਿਮਤਾਂ, ਉਹ ਬਖਸ਼ਿਸ਼ਾਂ, ਉਹ ਖੁਸ਼ੀਆਂ ਸਾਡੇ ਤੱਕ ਆ ਜਾਂਦੀਆਂ ਹੈ ਕਿ ਫਿਰ ਸਾਨੂੰ ਖੁਸ਼ੀਆਂ ਵਾਸਤੇ ਭਟਕਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਸਮਝਦੇ ਹੋ ਕਿ ਨਹੀਂ? ਇਸ ਲਈ ਆਸ਼ਿਕ ਬਣੀਏ ਤਾਂ ਐਸੇ ਜਿੱਦਾਂ ਤੁਹਾਨੂੰ ਦੱਸਿਆ ਬੀਬੀ ਆਸੀਆ ਕਿ ਤਕਲੀਫਾਂ ਵੀ ਆਈਆਂ, ਦੁੱਖ ਵੀ ਆਏ, ਆਪਣੀ ਤਕਲੀਫ ਦੁੱਖ ਦੀ ਪਰਵਾਹ ਨਹੀਂ ਸੀ। ਉਹ ਕਹਿੰਦੀ ਕੋਈ ਗੱਲ ਦੱਸੋ, ਮੇਰਾ ਰੱਬ ਮੇਰੇ ਤੋਂ ਰਾਜੀ ਹੋਇਆ ਜਾਂ ਨਹੀਂ? ਹੁਣ ਤੁਸੀਂ ਵੀ ਆਪਣੇ ਜੀਵਨ 'ਚ ਦੇਖੋ, ਅੱਜ ਬੰਦਾ ਦੇਖਦਾ ਕਿ ਮੇਰੇ ਜੀਵਨ 'ਚ ਸੁੱਖ ਆਵੇ, ਮੇਰੇ ਜੀਵਨ 'ਚ ਸ਼ਾਂਤੀ ਆਵੇ, ਉਹ ਸੁੱਖ ਸ਼ਾਂਤੀ ਖੁਸ਼ੀ ਫੇਰ ਆਏਗੀ। ਪਹਿਲਾਂ ਇਹ ਦੇਖੋ ਤੁਹਾਡਾ ਰੱਬ ਤੁਹਾਡੇ ਤੋਂ ਰਾਜੀ ਹੈ ਜਾਂ ਨਹੀਂ, ਔਰ ਉਹਨੂੰ ਰਾਜੀ ਕਰਨ ਵਾਸਤੇ ਉਹ ਕਰਮ ਵੀ ਸਾਨੂੰ ਕਰਨੇ ਪੈਣਗੇ, ਅੱਛਾ ਬੋਲਣਾ ਪਏਗਾ। ਤਾਂ ਹੀ ਕਿਹਾ ਕਿ ਜੇ ਉਹਨੂੰ ਪਾਣਾ ਹੈ ਤਾਂ ਪਹਿਲਾਂ ਗਵਾਉਣਾ ਪਏਗਾ। ਕੀ ਗਵਾਉਣਾ ਹੈ? ਆਪਣੇ ਅੰਦਰੋਂ ਸ਼ੰਕਾ ਨੂੰ ਗਵਾਈਏ, ਆਪਣੇ ਅੰਦਰੋਂ ਨਫ਼ਰਤ ਨੂੰ ਗਵਾਈਏ, ਕਿਉਂਕਿ ਜਦ ਤੱਕ ਅਸੀਂ ਸ਼ੰਕਾਵਾਂ ਨਫ਼ਰਤ ਅੰਦਰ ਲੈ ਕੇ ਬੈਠੇ ਹਾਂ, ਜਦ ਤੱਕ ਅਸੀਂ ਬੈਰ ਵਿਰੋਧਤਾ ਅੰਦਰ ਲੈ ਕੇ ਬੈਠੇ ਹਾਂ, ਤਾਂ ਇਹਦਾ ਮਤਲਬ ਹਾਲੇ ਸਾਡਾ ਭਾਂਡਾ ਉਹਦੀ ਰਹਿਮਤ ਨੂੰ ਪਾਉਣ ਵਾਸਤੇ ਤਿਆਰ ਹੀ ਨਹੀਂ ਹੈ।
ਇਸ ਲਈ ਜਿੱਦਾਂ ਜਿੱਦਾਂ ਸਾਡੇ ਅੰਦਰੋਂ ਨਫ਼ਰਤ ਮਿਟਦੀ ਜਾਏਗੀ, ਸਾਡੇ ਅੰਦਰੋਂ ਕ੍ਰੋਧ ਮਿਟਦਾ ਜਾਏਗਾ, ਸਾਡੇ ਅੰਦਰੋਂ ਵੈਰ ਭਾਵਨਾ ਮਿਟਦੀ ਜਾਏਗੀ, ਸਾਡੇ ਅੰਦਰੋਂ ਆ ਜਿਹੜੀ ਸ਼ੰਕਾ ਦੀ ਆਦਤ ਹੈ ਖਤਮ ਹੁੰਦੀ ਚਲੀ ਜਾਏਗੀ, ਸਮਝ ਲਓ ਕਿ ਸਾਡਾ ਬਰਤਨ ਸਾਫ਼ ਹੋ ਰਿਹਾ ਹੈ। ਇਸ ਲਈ ਗਵਾਣਾ ਕੀ ਹੈ? ਆਪਣੇ ਅੰਦਰਲੀ ਬੁਰਾਈ, ਆਪਣੇ ਅੰਦਰਲੀ ਨਫ਼ਰਤ, ਆਪਣੇ ਅੰਦਰਲੀਆਂ ਜਿਹੜੀਆਂ ਬੁਰੀਆਂ ਆਦਤਾਂ ਹੈ ਨਾ, ਚਾਹੇ ਕਿਸੇ ਨੂੰ ਨਸ਼ੇ ਦੀ ਆਦਤ ਹੈ, ਕਿਸੇ ਨੂੰ ਬੁਰਾ ਬੋਲਣ ਦੀ ਆਦਤ ਹੈ, ਕਿਸੇ ਨੂੰ ਗਾਲੀ ਦੀ ਆਦਤ ਹੈ, ਕਿਸੇ ਨੂੰ ਮਾੜਾ ਦੇਖਣ ਦੀ ਆਦਤ ਹੈ, ਕਿਸੇ ਨੂੰ ਮਾੜਾ ਕਰਨ ਦੀ ਆਦਤ ਹੈ, ਇਹ ਜਿਹੜੀਆਂ ਬੁਰੀਆਂ ਆਦਤਾਂ ਹੈ ਇਹਨਾਂ ਨੂੰ ਗਵਾਣਾ ਹੈ ਤਾਂ ਅੱਛੀਆਂ ਆਦਤਾਂ ਨੂੰ ਅਪਣਾਉਣਾ ਹੈ। ਜਰਾ ਗੌਰ ਕਰ। ਇਸ ਲਈ ਫਰੀਦ ਸਾਬਰੀ ਕੀ ਕਹਿੰਦੇ, ਹੁਣ ਉਹਨੂੰ ਵੀ ਸਮਝ ਲਈਏ। ਉਹ ਕਹਿੰਦੇ ਇੱਕ ਆਇਆ ਕੋਰੇ ਵਰਕੇ ਵਾਂਗੂ ਜੋ ਸਬਕ ਇਸ਼ਕ ਦਾ ਲਿਖਾ ਚੱਲਿਆ, ਦੂਜਾ ਆਇਆ ਭਰੀ ਕਿਤਾਬ ਵਾਂਗੂ, ਦੂਜਾ ਆਇਆ ਭਰੀ ਕਿਤਾਬ ਵਾਂਗੂ ਜੋ ਇਸ਼ਕ 'ਚ ਸਭ ਮਿਟਾ ਚੱਲਿਆ। ਜਰਾ ਹੁਣ ਸਮਝਣਾ ਸਾਰਿਆਂ ਨੇ ਫਰੀਦ ਸਾਬਰੀ ਕੀ ਕਹਿੰਦੇ ਆ। ਇੱਕ ਆਇਆ ਕੋਰੇ ਵਰਕੇ ਵਾਂਗੂ ਜੋ ਸਬਕ ਇਸ਼ਕ ਦਾ ਲਿਖਾ ਚੱਲਿਆ, ਦੂਜਾ ਆਇਆ ਭਰੀ ਕਿਤਾਬ ਵਾਂਗੂ ਜੋ ਇਸ਼ਕ 'ਚ ਸਭ ਮਿਟਾ ਚੱਲਿਆ, ਤੀਜਾ ਤਿਆਰ ਨਾ ਲਿਖਣ ਮਿਟਾਉਣ ਲਈ ਉਹ ਆਪਣਾ ਸਭ ਗਵਾ ਚੱਲਿਆ। ਉਹ ਯਾਰ ਫਰੀਦਾ ਤੂੰ ਇੱਕ ਗੱਲ ਦੱਸ ਦੇ, ਤੂੰ ਗਵਾ ਚੱਲਿਆ ਜਾਂ ਪਾ ਚੱਲਿਆ? ਜਰਾ ਗੌਰ ਕਰੋ ਫਰੀਦ ਸਾਬਰੀ ਕੀ ਕਹਿੰਦੇ। ਸ਼ਬਦ ਤਾਂ 4 ਲਾਈਨਾਂ ਦਾ ਸਵਾਲ ਕਰ ਰਹੇ ਹੈ ਕਿ ਭਾਈ ਦੱਸ ਦੇ, ਜੇ ਤੂੰ ਸਤਸੰਗ ਵਿੱਚ ਆਇਆ, ਫਕੀਰਾਂ ਦੇ ਕੋਲ ਆਇਆ, ਤਾਂ ਗਵਾ ਕੇ ਚੱਲਿਆ ਜਾਂ ਪਾ ਕੇ ਚੱਲਿਆ? ਹੁਣ ਉਹ ਕੀ ਕਹਿੰਦੇ, ਇੱਕ ਆਇਆ ਕੋਰੇ ਵਰਕੇ ਵਾਂਗੂ ਜੋ ਇਸ਼ਕ ਦਾ ਸਬਕ ਲਿਖਾ ਚੱਲਿਆ। ਕਈ ਕੋਰੇ ਕਾਗਜ਼ ਦੀ ਤਰ੍ਹਾਂ ਆਉਂਦੇ ਆ। ਕੋਰੇ ਕਾਗਜ਼ ਦਾ ਮਤਲਬ ਹੈ ਉਹਨਾਂ ਅੰਦਰ ਕੋਈ ਸ਼ੰਕਾ ਨਹੀਂ ਹੈ, ਕੋਈ ਸਵਾਲ ਨਹੀਂ ਹੈ। ਉਹ ਕਹਿੰਦੇ ਹੁਣ ਮੈਂ ਚਿੱਟੀ ਚਾਦਰ ਹਾਂ, ਜਿਹੜੇ ਮਰਜ਼ੀ ਰੰਗ 'ਚ ਰੰਗ ਦੇ। ਉਹ ਆਪਣੇ ਆਪ ਨੂੰ ਵਿਸ਼ਵਾਸ ਦੇ ਨਾਲ ਹਵਾਲੇ ਕਰ ਦਿੰਦੇ ਹੈ ਕਿ ਲਓ ਜੀ ਮੇਰੀ ਜ਼ਿੰਦਗੀ ਕੋਰੇ ਕਾਗਜ਼ ਦੀ ਤਰ੍ਹਾਂ ਹੈ ਤੇ ਜੋ ਮਰਜ਼ੀ ਲਿਖ ਦਿਓ। ਔਰ ਜਦੋਂ ਸਤਿਗੁਰ ਲਿਖੇਗਾ, ਮੁਰਸ਼ਿਦ ਲਿਖੇਗਾ, ਪਰਮਾਤਮਾ ਲਿਖੇਗਾ ਤਾਂ ਫਿਰ ਉਹ ਵਰਕੇ ਤੇ ਅੱਛਾ ਹੀ ਲਿਖੇਗਾ। ਜਿੱਦਾਂ ਹੀ ਕਹੀਦਾ ਨਾ कि एक कागज कूड़ेदान में फेंका और एक मंदिर में सजाया जाता है। बोलो समझते हो कि नहीं? एक कागज कूड़ेदान में फेंका और एक मंदिर में सजाया जाता है। ये तो अपनी अपनी किस्मत है, जो जैसा कर्म करता है वैसा ही फल पाता है। ਹੁਣ ਇੱਕ ਕਾਗਜ਼ ਤੇ ਗਲਤ ਲਿਖਿਆ ਹੁੰਦਾ, ਇਹੀ ਉਹਨੂੰ ਇਕੱਠਾ ਮੁੱਠਾ ਕਰਕੇ ਕੂੜੇ 'ਚ ਸੁੱਟ ਦਿੰਦੇ ਆ। ਤਾਂ ਇੱਕ ਕਾਗਜ਼ ਤੇ ਕੋਈ ਸ਼ਲੋਕ ਲਿਖਿਆ ਹੋਵੇ, ਕੋਈ ਸ਼ਬਦ ਲਿਖਿਆ ਹੋਵੇ ਤਾਂ ਉਹਨੂੰ ਅਸੀਂ ਸਜਾ ਕੇ ਮੰਦਰ 'ਚ ਰੱਖ ਦਿੰਦੇ ਆ। ਰੱਖਦੇ ਆ ਕਿ ਨਹੀਂ? ਹੁਣ ਜੇ ਅਸੀਂ ਗੁਰਬਾਣੀ, ਗੀਤਾ, ਕੁਰਾਨ, ਬਾਈਬਲ, ਕੋਈ ਵੀ ਧਾਰਮਿਕ ਗ੍ਰੰਥ ਪਿਆਰ ਨਾਲ ਕਿਤੇ ਅੱਛੀ ਜਗ੍ਹਾ ਰੱਖਦੇ ਆ ਤਾਂ ਕਿਉਂ ਰੱਖਦੇ ਆ? ਕਿਉਂਕਿ ਇਹਦੇ 'ਚ ਬਹੁਤ ਕੁਝ ਐਸਾ ਲਿਖਿਆ ਹੈ ਜੋ ਸਾਡੇ ਜੀਵਨ ਨੂੰ ਬਦਲਣ ਵਾਲਾ ਹੈ। ਇਹ 'ਚ ਗੁਰੂਆਂ ਦੇ ਵਚਨ ਹੈ, ਪੀਰਾਂ ਫਕੀਰਾਂ ਦੀ ਬਾਣੀ ਹੈ, ਇਸ ਲਈ ਇਹਦਾ ਸਤਿਕਾਰ ਕਰਨਾ ਹੈ। ਤਾਂ ਕਈ ਇਦਾਂ ਦੀਆਂ ਕਿਤਾਬਾਂ ਵੀ ਹੁੰਦੀਆਂ ਜਿੱਥੇ ਗਾਲੀ ਗਲੋਚ ਗਲਤ ਲਿਖਿਆ ਹੁੰਦਾ ਹੈ, ਉਹਨੂੰ ਬੰਦਾ ਇਕੱਠਾ ਕਰਕੇ ਅੱਗ ਲਾ ਦਿਓ ਭਾਈ, ਇਹ ਕਿਸੇ ਕੰਮ ਦੀ ਨਹੀਂ। ਵਰਕੇ ਉਹੀ ਹੈ, ਕਾਗਜ਼ ਉਹੀ ਹੈ, ਪਰ ਕਾਗਜ਼ ਤੇ ਲਿਖਿਆ ਕੀ ਹੈ? ਜੇ ਅੱਛਾ ਲਿਖਿਆ ਹੈ ਤਾਂ ਕੀਮਤ ਪੈ ਜਾਂਦੀ ਹੈ, ਤੇ ਜੇ ਬੁਰਾ ਲਿਖਿਆ ਹੈ ਤਾਂ ਕੂੜੇਦਾਨ 'ਚ ਜਾਂਦਾ ਹੈ। ਬੋਲੇ ਇਦਾਂ ਹੁੰਦੀ ਹੈ ਕਿ ਨਹੀਂ? ਹੁਣ ਤੁਹਾਨੂੰ ਕੋਈ ਇਦਾਂ ਦੀ ਚਿੱਠੀ ਮਿਲੇ ਜੇ ਤੇ ਤੁਹਾਡੇ ਵਾਸਤੇ ਬੁਰੇ ਸ਼ਬਦ ਲਿਖੇ ਹੋਣ ਤਾਂ ਤੁਸੀਂ ਕੀ ਕਰਨਾ ਹੈ? ਪਾੜ ਦੇਣੀ ਹੈ ਜਾਂ ਉਹਨੂੰ ਕਹਿਣਾ ਭਾਈ ਇਹ ਕਿਸੇ ਪਾਗਲ ਨੇ, ਮੂਰਖ ਨੇ ਲਿਖੀ ਆ, ਅੱਗ ਲਾ ਦਿਓ ਇਹਨੂੰ। ਤਾਂ ਜੇ ਤੁਹਾਨੂੰ ਇਦਾਂ ਦੀ ਚਿੱਠੀ ਮਿਲੇ ਜਿਹ 'ਚ ਪਰਮਾਤਮਾ ਦਾ ਨਾਮ ਹੋਵੇ, ਕੋਈ ਗੀਤਾ ਦਾ ਸ਼ਲੋਕ ਹੋਣ, ਗੁਰਬਾਣੀ ਦੇ ਸ਼ਬਦ ਹੋਣ ਜਾਂ ਕੁਰਾਨ ਦੀਆਂ ਆਇਤਾਂ ਹੋਣ, ਤੁਸੀਂ ਕਹਿਣਾ ਭਾਈ ਇਹ ਰੱਬ ਦਾ ਨਾਮ ਲਿਖਿਆ, ਇਹਨੂੰ ਸੰਭਾਲ ਕੇ ਰੱਖ ਲਓ, ਇਹਨੂੰ ਕੂੜੇ 'ਚ ਨਹੀਂ ਸੁੱਟਣਾ। ਬੋਲੋ ਇਦਾਂ ਹੁੰਦੀ ਹੈ ਕਿ ਨਹੀਂ? ਹੁਣ ਜ਼ਰਾ ਤੁਸੀਂ ਵੀ ਸੋਚੋ ਕਿ ਜੇ ਇਨਸਾਨ ਆਪਣੇ ਜੀਵਨ ਦੇ ਵਰਕੇ ਤੇ ਗਾਲੀ ਗਲੋਚ ਲਿਖੇਗਾ, ਨਿੰਦਿਆ ਚੁਗਲੀ ਲਿਖੇਗਾ, ਬੁਰਾਈ ਲਿਖੇਗਾ, ਤਾਂ ਫਿਰ ਤੁਹਾਡੀ ਇੱਜ਼ਤ ਕੌਣ ਕਰੇਗਾ, ਕਦਰ ਕੌਣ ਕਰੇਗਾ? ਫਿਰ ਤਾਂ ਕੂੜੇ 'ਚ ਹੀ ਜਾਵਾਂਗੇ। ਤਾਂ ਜੇ ਅਸੀਂ ਵੀ ਆਪਣੇ ਜੀਵਨ ਦੇ ਵਰਕੇ ਤੇ ਅੱਛਾਈ ਲਿਖ ਲਈਏ, ਪਰਮਾਤਮਾ ਦਾ ਨਾਮ ਲਿਖ ਲਈਏ, ਸੱਚਾਈ ਲਿਖ ਲਈਏ, ਨੇਕੀਆਂ ਲਿਖ ਲਈਏ, ਤਾਂ ਜਿਹੜੇ ਜੀਵਨ ਦੇ ਵਰਕੇ ਤੇ ਅੱਛਾਈ ਲਿਖੀ ਹੁੰਦੀ ਨਾ, ਕਦਰ ਕੀਮਤ ਵੀ ਉਹਦੀ ਪੈ ਜਾਂਦੀ ਹੈ। ਦੁਨੀਆ ਵੀ ਉਹਦੀ ਇੱਜ਼ਤ ਕਰਦੀ ਤੇ ਰੱਬ ਵੀ ਉਹਦੀ ਇੱਜ਼ਤ ਕਰਦਾ ਹੈ। ਇਸ ਲਈ ਇੱਕ ਆਂਦੇ ਆ ਕੋਰੇ ਕਾਗਜ਼ ਦੀ ਤਰ੍ਹਾਂ ਕਿ ਸਾਡੀ ਆਪਣੀ ਕੋਈ ਇੱਛਾ ਹੈ ਨਹੀਂ, ਬਸ ਜੋ ਲਿਖਣਾ ਹੈ ਲਿਖ ਦਿਓ, ਕਿਉਂਕਿ ਸਾਡਾ ਤਾਂ ਇੱਕੋ ਹੀ ਮਕਸਦ ਹੈ, ਸਾਨੂੰ ਸਾਡੀ ਮੰਜ਼ਿਲ ਮਿਲ ਜਾਵੇ, ਸਾਨੂੰ ਸਾਡਾ ਰੱਬ ਮਿਲ ਜਾਵੇ, ਉਹ ਮਾਲਿਕ ਮਿਲ ਜਾਵੇ, ਪਰਮਾਨੰਦ ਮਿਲ ਜਾਵੇ। ਹੁਣ ਜੋ ਲਿਖਣਾ ਇਹ ਕਾਗਜ਼ ਤੇ ਲਿਖ ਲਿਓ। ਇੱਕ ਆਇਆ ਕੋਰੇ ਵਰਕੇ ਵਾਂਗੂ ਜੋ ਸਬਕ ਇਸ਼ਕ ਦਾ ਲਿਖਾ ਚੱਲਿਆ। ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਆਂਦੇ ਜੋ ਇਸ਼ਕ ਦੇ ਸਬਕ ਨੂੰ ਲਿਖਾ ਕੇ ਚਲੇ ਜਾਂਦੇ ਆ। ਇੱਕ ਆਇਆ ਭਰੀ ਕਿਤਾਬ ਵਾਂਗੂ ਜੋ ਇਸ਼ਕ 'ਚ ਸਭ ਮਿਟਾ ਚੱਲਿਆ।
ਕਈ ਆਉਂਦੇ ਆ ਕਿ ਬਹੁਤ ਕੁਝ ਲੈ ਕੇ ਆਉਂਦੇ ਆ, ਬਹੁਤ ਗਿਆਨ ਲੈ ਕੇ ਆਉਂਦੇ ਆ, ਪਰ ਜਦੋਂ ਸਤਸੰਗ ਜਾਂਦੇ ਆ ਉਹ ਕਹਿੰਦੇ ਨਹੀਂ, ਇਹ ਸਾਡਾ ਪੜ੍ਹਿਆ ਲਿਖਿਆ ਜੋ ਪਿਛਲਾ ਗਿਆਨ ਹੈ ਨਾ, ਜੇ ਇਹਨਾਂ ਸਾਨੂੰ ਮੰਜ਼ਿਲ ਤੇ ਲੈ ਕੇ ਜਾਣਾ ਹੁੰਦਾ ਤਾਂ ਕਦੋਂ ਦਾ ਲੈ ਜਾਂਦਾ। ਹੁਣ ਇਦਾਂ ਕਰੀਏ ਜੋ ਪਿਛਲਾ ਛੱਡੀਏ, ਹੁਣ ਨਵਾਂ ਕੁਝ ਲਿਖਾਈਏ। ਇੱਕ ਆਇਆ ਭਰੀ ਕਿਤਾਬ ਮੰਗੋ, ਉਹ ਆਇਆ ਸੀ ਭਰੀ ਹੋਈ ਕਿਤਾਬ ਮੰਗੋ, ਜਿਹਦਾ ਕਿਤਾਬ ਵਿੱਚ ਸਭ ਕੁਝ ਲਿਖਿਆ ਹੁੰਦਾ ਹੈ, ਪਰ ਫਿਰ ਕੀ ਹੁੰਦਾ ਹੈ, ਇਸ਼ਕ 'ਚ ਸਭ ਮਿਟਾ ਚੱਲਿਆ। ਉਹ ਕਹਿੰਦਾ ਹੁਣ ਮਿਟਾ ਕੇ ਜਾਣਾ ਹੈ, ਖਾਲੀ ਹੋ ਕੇ ਜਾਣਾ ਹੈ, ਕਿਉਂਕਿ ਖਾਲੀ ਹੋਵਾਂਗੇ ਤਾਂ ਫੇਰ ਹੀ ਭਰਾਂਗੇ। ਕਈ ਬੰਦੇ ਕਹਿੰਦੇ ਆ ਨਾ, ਮੈਨੂੰ ਬਹੁਤ ਗਿਆਨ ਹੈ, ਮੈਂ ਇੰਨੇ ਸ਼ਾਸਤਰ ਪੜ੍ਹਿਆ, ਇੰਨੇ ਵੇਦ ਪੜ੍ਹਿਆ, ਮੈਨੂੰ ਤਾਂ ਗੁਰਬਾਣੀ ਦਾ ਗਿਆਨ ਹੈ, ਗੀਤਾ ਦਾ ਗਿਆਨ ਹੈ, ਬਾਈਬਲ ਦਾ ਗਿਆਨ ਹੈ, ਮੈਨੂੰ ਆਹ ਚੀਜ਼ਾਂ ਦਾ ਗਿਆਨ ਹੈ, ਮੈਨੂੰ ਸਤਸੰਗ ਦੀ ਲੋੜ ਕੀ। ਤਾਂ ਕੋਈ ਪੁੱਛਣ ਵਾਲਾ ਹੋਵੇ, ਭਾਈ ਜੇ ਗਿਆਨ ਨਾਲ ਤੈਨੂੰ ਮੰਜ਼ਿਲ ਮਿਲਦੀ ਹੁੰਦੀ ਤਾਂ ਅੱਜ ਤੱਕ ਤੂੰ ਕਦੋਂ ਦਾ ਪਹੁੰਚ ਜਾਂਦਾ। ਹੁਣ ਜ਼ਰੂਰਤ ਹੈ ਉਹ ਚੀਜ਼ ਨੂੰ ਹਾਸਲ ਕਰਨ ਦੀ ਕਿ ਜਿਹੜਾ ਤੈਨੂੰ ਉਸ ਆਨੰਦ ਤੱਕ ਲੈ ਕੇ ਜਾਵੇ। ਸਮਝਦੇ ਹੋ ਕਿ ਨਹੀਂ? ਇਸ ਲਈ ਉਹ ਫਿਰ ਆਪਣੇ ਆਪ ਨੂੰ ਮਿਟਾਉਣ ਨੂੰ ਤਿਆਰ ਹੋ ਜਾਂਦਾ ਹੈ ਕਿ ਲੈ ਮੈਂ ਬੇਸ਼ੱਕ ਜਿੰਨਾ ਮਰਜੀ ਗਿਆਨਵਾਨ ਹੈ, ਪੜ੍ਹਿਆ ਹਾਂ, ਪਰ ਹੁਣ ਮੈਂ ਉਹ ਸਬਕ ਪੜ੍ਹਨਾ ਹੈ ਜਿਹੜਾ ਸਬਕ ਮੈਨੂੰ ਉਹ ਮਾਲਿਕ ਦੇ ਨਾਲ ਜੋੜ ਦੇਵੇ। ਤਾਂ ਹੀ ਤਾਂ ਕਬੀਰ ਸਾਹਿਬ ਨੇ ਵੀ ਕਿਹਾ, ਪੋਥੀ ਪੜ੍ਹ ਪੜ੍ਹ ਜਗਮੂਆ ਪੰਡਿਤ ਹੁਆ ਨਾ ਕੋਏ, 2.5 ਅਕਸ਼ਰ ਪ੍ਰੇਮ ਕਾ ਪੜ੍ਹੇ ਸੋ ਪੰਡਿਤ ਹੋਏ। ਕਿ ਜਿਨ੍ਹਾਂ ਨੇ ਪੋਥੀਆਂ ਪੜ੍ਹ ਪੜ੍ਹ ਕੇ ਢੇਰ ਲਾਣੇ, ਕਹਿੰਦੇ ਉਹ ਵੀ ਨਹੀਂ ਉਸ ਮੰਜ਼ਿਲ ਤੇ ਪਹੁੰਚੇ, ਪਰ ਜਦੋਂ ਹੁਣ ਪੋਥੀਆਂ ਛੱਡ ਕੇ ਉਹ 2.5 ਅਕਸ਼ਰ ਪ੍ਰੇਮ ਦੇ ਪੜ੍ਹ ਲਏ ਤਾਂ ਫਿਰ ਉਹ ਮੰਜ਼ਿਲ ਮਿਲ ਗਈ। ਹੁਣ ਇਹਨੂੰ ਹੀ ਕਹਿੰਦੇ ਐ, ਇੱਕ ਆਇਆ ਭਰੀ ਕਿਤਾਬ ਮੰਗੋ, ਉਹ ਇਸ਼ਕ 'ਚ ਸਭ ਮਿਟਾ ਚੱਲਿਆ। ਉਹ ਵੀ ਕਬੀਰ ਸਾਹਿਬ ਦੀ ਗੱਲ ਹੈ ਇਹ, ਕਿ ਪੋਥੀਆਂ ਪੜ੍ਹ ਪੜ੍ਹ ਕੇ ਵੀ ਮੰਜ਼ਿਲ ਨਹੀਂ ਮਿਲੀ, ਹੁਣ ਪੋਥੀਆਂ ਛੱਡ ਕੇ ਜਦੋਂ 2.5 ਅਕਸ਼ਰ ਪ੍ਰੇਮ ਦੇ ਪੜ੍ਹੇ ਤਾਂ ਰੱਬ ਮਿਲ ਗਿਆ। ਇਸੇ ਤਰ੍ਹਾਂ ਜਦੋਂ ਇਸ਼ਕ ਨੂੰ ਪੜ੍ਹਿਆ ਤਾਂ ਫਿਰ ਉਹ ਮੰਜ਼ਿਲ ਮਿਲੀ। ਪਰ ਹੁਣ ਇੱਥੇ ਫਰੀਦ ਸਾਹਿਬ ਜੀ ਦੱਸਦੇ ਤੀਜੀ ਪ੍ਰਕਾਰ ਦੇ ਲੋਕ ਵੀ ਆਉਂਦੇ ਆ। ਇੱਕ ਤਾਂ ਆਉਂਦੇ ਆ ਕੋਰੇ, ਉਹ ਲਿਖਾ ਕੇ ਜਾਂਦੇ ਆ, ਇੱਕ ਆਉਂਦੇ ਭਰੇ ਹੋਏ, ਉਹ ਮਿਟਾ ਕੇ ਜਾਂਦੇ ਆ, ਔਰ ਇੱਕ ਤੀਜੇ ਆਉਂਦੇ ਜੋ ਨਾ ਲਿਖਾਣ ਨੂੰ ਤਿਆਰ ਹੈ ਨਾ ਮਿਟਾਉਣ ਨੂੰ ਤਿਆਰ ਹੈ। ਉਹ ਕਹਿੰਦੇ ਸਾਨੂੰ ਲਿਖਣ ਦੀ ਵੀ ਲੋੜ ਨਹੀਂ ਤਾਂ ਮਿਟਾਉਣ ਦੀ ਵੀ ਲੋੜ ਨਹੀਂ। ਪਰ ਉਹਦੇ ਬਾਰੇ ਫਰੀਦ ਸਾਹਿਬ ਜੀ ਕੀ ਕਹਿੰਦੇ ਆ, ਜੋ ਤਿਆਰ ਨਾ ਲਿਖਣ ਮਿਟਾਉਣ ਲਈ ਉਹ ਆਪਣਾ ਸਭ ਗਵਾ ਚੱਲਿਆ। ਕਿ ਇਦਾਂ ਦੇ ਗਵਾ ਕੇ ਜਾਂਦੇ ਜਿਹੜੇ ਹੰਕਾਰ ਨਾਲ ਭਰੇ ਹੁੰਦੇ। ਇਸ ਲਈ ਆਪਣੇ ਆਖਰਲੀ ਲਾਈਨ 'ਚ ਫਰੀਦ ਸਾਹਿਬ ਜੀ ਕਹਿੰਦੇ, ਯਾਰ ਫਰੀਦਾ ਇੱਕ ਗੱਲ ਤਾਂ ਦੱਸ ਦੇ, ਤੂੰ ਗਵਾ ਚੱਲਿਆ ਜਾਂ ਪਾ ਚੱਲਿਆ। ਹੁਣ ਤੁਸੀਂ ਵੀ ਇੱਕ ਗੱਲ ਦੱਸ ਦਿਓ ਸਾਨੂੰ ਕਿ ਗਵਾ ਕੇ ਜਾਣਾ, ਇੱਥੇ ਗਵਾਉਣ ਦਾ ਮਤਲਬ ਹੈ ਕਿ ਕੁਝ ਮਿਲ ਰਿਹਾ ਸੀ ਸਾਨੂੰ ਪਰ ਅਸੀਂ ਉਹ ਗਵਾ ਲਿਆ, ਔਰ ਇੱਕ ਹੁੰਦਾ ਹੈ ਕਿ ਮੈਨੂੰ ਜੋ ਮਿਲ ਰਿਹਾ ਸੀ ਉਹ ਪਾ ਲਿਆ। ਔਰ ਮਿਲਦਾ ਕਿ ਇਹਨਾਂ ਨੂੰ ਜਿਹੜੇ ਪਾਣ ਨੂੰ ਤਿਆਰ ਹੈ, ਜਿਹੜੇ ਨਫ਼ਰਤ ਨੂੰ, ਬੁਰਾਈਆਂ ਨੂੰ ਗਵਾਉਣ ਨੂੰ ਤਿਆਰ ਹੈ, ਭਰੀਆਂ ਕਿਤਾਬਾਂ ਖਾਲੀ ਕਰਨ ਨੂੰ ਤਿਆਰ ਹੈ, ਤਾਂ ਜਿਹੜੇ ਕੋਰੇ ਕਾਗਜ਼ ਬਣ ਕੇ ਇਸ਼ਕ ਦਾ ਸਬਕ ਲਿਖਾਉਣ ਨੂੰ ਤਿਆਰ ਹੈ, ਵਿਸ਼ਵਾਸ ਦਾ ਸਬਕ ਲਿਖਾਉਣ ਨੂੰ ਤਿਆਰ ਹੈ, ਉਹ ਸਭ ਕੁਝ ਲੈ ਵੀ ਜਾਂਦੇ। ਸਮਝਦੇ ਹੋ ਕਿ ਨਹੀਂ? ਕਿਉਂਕਿ ਇੱਥੇ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਬੜੀ ਪਿਆਰੀ ਇੱਕ ਗੱਲ ਕਹੀ ਹੈ ਹਜ਼ਰਤ ਅਲੀ ਨੇ ਕਿ ਮੁਰਸ਼ਿਦ ਜਾਂ ਫਕੀਰ ਤੁਹਾਨੂੰ ਉਸ ਤਰ੍ਹਾਂ ਨਹੀਂ ਦੇਖਦਾ ਜੋ ਤੁਸੀਂ ਹੋ। ਮੁਰਸ਼ਿਦ ਜਾਂ ਫਕੀਰ ਤੁਹਾਨੂੰ ਉਸ ਤਰ੍ਹਾਂ ਦੇਖਦਾ ਜੋ ਤੁਸੀਂ ਅੱਗੇ ਹੋ ਸਕਦੇ ਹੋ। ਇਹ ਬੜੀ ਪਿਆਰੀ ਗੱਲ ਹੈ ਕਿ ਮੁਰਸ਼ਿਦ ਤੁਹਾਨੂੰ ਉੱਦਾਂ ਨਹੀਂ ਦੇਖਦਾ ਜਿੱਦਾਂ ਦੇ ਤੁਸੀਂ ਹੋ, ਮੁਰਸ਼ਿਦ ਤੁਹਾਨੂੰ ਉੱਦਾਂ ਦੇਖਦਾ ਜੋ ਤੁਸੀਂ ਹੋ ਸਕਦੇ ਹੋ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਇੱਕ ਡਲੀ ਲੈ ਕੇ ਬੰਦਾ ਸੁਨਿਆਰ ਕੋ ਜਾਂਦਾ ਹੈ, ਤੁਹਾਨੂੰ ਉਹ ਡਲੀ ਨਜ਼ਰ ਆਉਂਦੀ ਹੈ, ਪਰ ਸੁਨਿਆਰ ਦੇਖ ਸਕਦਾ ਕਿ ਮੈਂ ਡਲੀ ਦਾ ਕੀ ਕੀ ਬਣਾ ਸਕਦਾ ਹਾਂ। ਇਹਦੇ ਚੂੜੀ ਬਣ ਸਕਦੀ ਹੈ, ਹਾਰ ਬਣ ਸਕਦਾ ਹੈ, ਮਾਲਾ ਬਣ ਸਕਦੀ ਹੈ, ਇਹਦੀ ਪਾਇਲ ਬਣ ਸਕਦੀ ਹੈ, ਕੀ ਕੀ ਬਣ ਸਕਦਾ ਹੈ ਇਹਦਾ। ਉਹ ਸੁਨਿਆਰ ਸਭ ਕੁਝ ਦੇਖ ਲੈਂਦਾ ਹੈ, ਪਰ ਬੰਦੇ ਨੇ ਕੀ ਦੇਖਣਾ, ਇਹ ਸੋਨੇ ਦੀ ਡਲੀ ਹੈ। ਸਮਝਦੇ ਹੋ ਕਿ ਨਹੀਂ? ਜਾਂ ਇਦਾਂ ਸਮਝ ਲਓ ਕਿ ਮੂਰਤੀਕਾਰ, ਉਹਦੇ ਕੋਲ ਪੱਥਰ ਲੈ ਕੇ ਜਾਂਦੇ ਹੋ, ਤੁਹਾਨੂੰ ਪੱਥਰ ਨਜ਼ਰ ਆ ਰਿਹਾ ਹੈ, ਤੁਸੀਂ ਕਹਿਣਾ ਪੱਥਰ ਹੈ, ਪਰ ਮੂਰਤੀਕਾਰ ਦੇਖ ਲੈਂਦਾ ਇਹ ਚੋਂ ਕਿਹੜੀ ਤਸਵੀਰ ਬਣ ਸਕਦੀ ਹੈ, ਕਿਹੜੀ ਮੂਰਤੀ ਬਣ ਸਕਦੀ ਹੈ, ਔਰਤ ਦੀ ਬਣ ਸਕਦੀ ਹੈ, ਮਰਦ ਦੀ ਬਣ ਸਕਦੀ ਹੈ, ਕਿਸੇ ਜਾਨਵਰ ਦੀ ਬਣ ਸਕਦੀ ਹੈ, ਉਹ ਸਭ ਕੁਝ ਉਹ ਤੋਂ ਬਣਾ ਸਕਦਾ ਹੈ ਕਿਉਂਕਿ ਉਹਦੇ ਕੋਲ ਕਲਾ ਹੈ। ਇੱਥੇ ਇੱਕ ਛੋਟੀ ਜਿਹੀ ਗੱਲ ਦੱਸਾਂਗੇ ਕਿ ਮੁਰਸ਼ਿਦ ਨਾਲ ਜੁੜ ਕੇ ਇਨਸਾਨ ਨੂੰ ਕੀ ਮਿਲਦਾ ਹੈ। ਇਹ ਵੀ ਇੱਕ ਸੱਚਾ ਕਿੱਸਾ ਹੈ। ਇਹ ਕਿੱਸਾ ਹੈ ਕਿ ਇੱਕ ਬਹੁਤ ਬੜੇ ਫਕੀਰ ਹੋਏ ਆ ਜਿਨ੍ਹਾਂ ਦਾ ਨਾਮ ਸੀ ਅਬੂ ਹਨੀਫਾ। ਇਮਾਮ ਅਬੂ ਹਨੀਫਾ ਉਹਨਾਂ ਨੂੰ ਕਿਹਾ ਜਾਂਦਾ ਸੀ। ਕੀ ਕਿਹਾ ਜਾਂਦਾ ਸੀ? ਇਮਾਮ ਅਬੂ ਹਨੀਫਾ। ਔਰ ਉਹ ਬਹੁਤ ਪਹੁੰਚੇ ਹੋਏ ਫਕੀਰ ਸੀ। ਹੁਣ ਇੱਕ ਦਿਨ ਉਹ ਫਕੀਰ ਆਪਣੇ ਸੇਵਕਾਂ ਨਾਲ ਜਾ ਰਹੇ ਸੀ ਕਿ ਅੱਗੇ ਉਹ ਦੇਖਿਆ ਕਿ ਇੱਕ ਔਰਤ ਜੋ ਵਿਧਵਾ ਹੈ, ਜਿਹਦੇ ਪਤੀ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ, ਔਰ ਉਹਦੇ ਨਾਲ ਇੱਕ ਬੱਚਾ ਹੈ, ਔਰ ਉਹਦੀਆਂ 6 ਬੇਟੀਆਂ ਨਾਲ ਤੁਰੀਆਂ, ਯਾਨੀ 7 ਬੱਚੇ ਹੈ, ਇੱਕ ਲੜਕਾ ਹੈ ਤਾਂ 6 ਲੜਕੀਆਂ ਹੈ। ਹੁਣ ਤੁਰੇ ਜਾ ਰਹੇ ਹੈ, ਇਹ ਅੱਗੇ ਔਰਤ ਆ ਰਹੀ ਹੈ, ਇਧਰੋਂ ਫਕੀਰ ਤੁਰੇ ਜਾ ਰਹੇ ਹੈ। सब्सक्राइब कीजिए सर्व संध्या दरबार कांटिया शरीफ चैनल को
और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।